आज ਅਸੀਂ डिस्कस करांगे कॉमन इमिटर एम्पलीफायर यूजिंग एच पैरामीटर्स। तो ये ਤੁਹਾਡੇ क्वेश्चन ਜਿਹੜਾ ਹੈ ਉੱਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ एच पैरामीटर्स एनालिसिस ਆਉਂਦਾ ਹੈ ਕਿ ਤੁਹਾਨੂੰ ਸਿੰਪਲੀ कॉमन इमिटर एम्पलीफायर ਆਉਂਦਾ ਹੈ, ਤਾਂ ਉਹਦੇ ਅਕੋਰਡਿੰਗ ਜਿਹੜਾ ਹੈ ਤੁਸੀਂ ਅਟੈਂਪਟ ਕਰਨਾ। कॉमन इमिटर एम्पलीफायर ਜਿਹੜਾ ਹੈ ਇਹਦੇ ਵਿੱਚ ਅਸੀਂ NPN ਜਿਹੜਾ ट्रांजिस्टर है ਉਹਦਾ केस ਅਸੀਂ कर रहे हैं, ਜਿਹਦੇ ਵਿੱਚ क्योंकि कॉमन इमिटर है तो मतलब मीटर मस्ट बी प्रेजेंट ऑन द इनपुट स्टेज एज वेल एज ऑन द आउटपुट साइड। So the input signal is applied between the base and emitter, and the output signal is drawn from the collector and the emitter. So emitter is common between both the terminals. तो ਇਹਦੇ ਵਿੱਚ ਅਸੀਂ RS ਜਿਹੜਾ ਵਾ ਉਹ ਰੈਜ਼ਿਸਟੈਂਸ ਹੈਗਾ ਸਾਡੇ AC ਸੋਰਸ ਦਾ। RL ਜਿਹੜਾ ਹੈ ਉਹ ਰੈਜ਼ਿਸਟੈਂਸ ਲੋਡ ਰੈਜ਼ਿਸਟੈਂਸ ਹੈ RL। ਇਮੀਟਰ ਜਿਹੜਾ ਹੈ ਉਹਨੂੰ ਪਹਿਲੇ ਅਸੀਂ ਫਾਰਵਰਡ ਬਾਇਸ ਕਰਨਾ ਹੈ। VBB ਜਿਹੜਾ ਹੈ ਉਹ ਲੱਗਿਆ ਹੋਇਆ ਵਾ, ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਡੇ ਇਹ ਇੱਕ ਸਰਕਿਟ ਡਾਇਗਰਾਮ ਬਣੀ ਹੋਈ ਹੈ। ਜਿਹੜਾ VBB ਹੈ ਇਹ ਕਿਉਂਕਿ ਅਸੀਂ NPN ਲਿਆ ਹੋਇਆ, तो this side is N and this side is P and this is also N। ਸੋ N ਦੇ ਨਾਲ ਤੁਸੀਂ ਦੇਖਦੇ ਹੋ ਨੈਗੇਟਿਵ ਲੱਗਿਆ, P ਦੇ ਨਾਲ ਪੋਜ਼ੀਟਿਵ ਲੱਗਿਆ। ਤਾਂ ਜਿਹੜਾ ਇਹ ਵਾਲਾ ਜਿਹੜਾ ਵੋਲਟੇਜ ਹੈ VBB ਇਹ ਇਮੀਟਰ ਨੂੰ ਫਾਰਵਰਡ ਬਾਇਸ ਕਰ ਦਿੰਦਾ ਹੈ, ਔਰ ਜਦੋਂ ਕਿ ਕੋਲੈਕਟਰ ਨੂੰ ਜਿਹੜਾ ਵਾ ਰਿਵਰਸ ਬਾਇਸ ਕਰਦਾ ਹੈ ਇਹ ਵਾਲਾ ਜਿਹੜਾ VCC, ਕਿਉਂਕਿ N ਨੂੰ ਜਿਹੜਾ ਹੈ ਇਹ ਇੱਥੇ ਪੋਜ਼ੀਟਿਵ ਜਿਹੜੀ ਸਾਈਡ ਹੈ ਉਹ ਅਟੈਚਡ ਹੈਗੀ ਹੈ। तो इस तरीके ਜਿਹੜਾ है ये ਜਿਹੜਾ जंक्शन फॉरवर्ड बाइस है, ये वाला जंक्शन रिवर्स बाइस है। तो ਜਿਹੜੀਆਂ ਵੀ ਵੈਲਿਊਜ਼ ਨੇ RL ਦੀਆਂ, VCC ਦੀਆਂ ਔਰ VBB ਦੀਆਂ ਇਸ ਤਰੀਕੇ ਨਾਲ ਚੂਜ਼ ਕੀਤੀਆਂ ਜਾਂਦੀਆਂ ਨੇ ਕਿ ਜਿਹੜਾ ਓਪਰੇਟਿੰਗ ਪੁਆਇੰਟ ਹੈ ਉਹ ਆਲਮੋਸਟ ਲੀਨੀਅਰ ਰੀਜਨ ਦੇ ਸੈਂਟਰ ਦੇ ਵਿੱਚ ਆਏ, ਤਾਂ ਕਿ ਉਹ ਜਿਹੜਾ ਸ਼ਿਫਟ ਜਿਹੜਾ ਹੈ ਉਹ ਨਾ ਕਰੇ। ਔਰ ਐਂਪਲੀਫਾਇਰ ਜਿਹੜਾ ਵਾ ਉਹਦੇ ਵਿੱਚ ਇਹੀ ਆ ਕਿ ਅਸੀਂ ਇੱਥੇ ਜਿਹੜਾ ਵਾ ਇਨਪੁਟ ਅਪਲਾਈ ਕਰਨੀ ਹੈ ਔਰ ਆਊਟਪੁੱਟ ਜਿਹੜੀ ਆ ਅਸੀਂ ਅਕਰੋਸ RL ਜਿਹੜੀ ਆ ਉਹ ਅਸੀਂ ਲੈਣੀ ਆ। ਤੋ ਕਿਉਂਕਿ ਜਿਹੜਾ IB ਦੀ ਵੈਲਿਊ IC ਤੋਂ ਬਹੁਤ ਜ਼ਿਆਦਾ ਜਿਹੜਾ ਵਾ ਡਿਫਰ ਕਰਦੀ, IC ਬਹੁਤ ਜ਼ਿਆਦਾ ਵੱਡੀ ਹੁੰਦੀ ਹੈ, ਤਾਂ ਇਸ ਤਰੀਕੇ ਨਾਲ ਜਿਹੜਾ ਦਾ ਐਂਪਲੀਫਿਕੇਸ਼ਨ ਐਕਸ਼ਨ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਤੋ ਅਸੀਂ ਇਹਦੀਆਂ ਬੇਸਿਕਲੀ ਹਾਈਬ੍ਰਿਡ ਇਕੁਏਸ਼ਨਸ ਲਿਖਾਂਗੇ। ਤੋ ਜਿਹੜੀਆਂ ਇਹਦੀ ਹਾਈਬ੍ਰਿਡ ਇਕੁਏਸ਼ਨਸ ਨੇ ਇਹ ਸਾਡੀਆਂ ਉਹੀ ਵਾਲੀ ਇਕੁਏਸ਼ਨਸ ਨੇ ਜਿਹੜੀਆਂ ਸਾਡੀਆਂ ਰਹਿ ਰਹੀਆਂ ਨੇ। ਤੁਹਾਨੂੰ ਯਾਦ ਹੋਵੇ ਤਾਂ ਮੈਂ ਇੱਥੇ ਇਕੁਏਸ਼ਨ ਦੁਬਾਰਾ ਤੋਂ ਲਿਖ ਦਿੰਦੀ ਹਾਂ। V1 ਇਜ਼ ਇਕੁਅਲ ਟੂ, ਸੋ ਇੱਥੇ ਹੈਗਾ ਸਾਡੇ ਕੋਲ V1 ਇਜ਼ ਇਕੁਅਲ ਟੂ H1I1 ਪਲਸ HRV2, ਇਹ ਸਾਡੀ ਫਸਟ ਇਕੁਏਸ਼ਨ ਹੈ। ਔਰ ਸਿਮਿਲਰਲੀ I2 ਜਿਹੜਾ ਹੈ ਉਹ ਸਾਡੇ ਕੋਲ ਹੈਗਾ ਹੈ HFI1 ਪਲਸ H0V2। ਇਹ ਜਿਹੜਾ ਇਹਦੇ ਵਿੱਚ ਜਿਹੜੇ I1 ਔਰ V2 ਜਿਹੜੇ ਨੇ ਇਹ ਇੰਡੀਪੈਂਡੈਂਟ ਵੇਰੀਏਬਲਸ ਨੇ, ਔਰ V1 I2 ਜਿਹੜੇ ਨੇ ਉਹ ਡਿਪੈਂਡੈਂਟ ਵੇਰੀਏਬਲਸ ਨੇ। ਹੁਣ ਤੁਸੀਂ ਇਹਦੇ ਵਿੱਚ ਦੇਖੋ ਕਿ V1 ਜਿਹੜਾ ਇਨਪੁਟ ਵਾਲੇ ਸਾਈਡ 'ਤੇ ਹੈ, ਯਾਨੀ ਕਿ VB ਜਿਹੜਾ ਉਹ ਤੁਹਾਡੇ ਕੋਲ ਆਏਗਾ HI, ਠੀਕ ਹੈ। ਹੁਣ HI ਅਸੀਂ ਲਿਖਿਆ ਕਿਉਂਕਿ ਇਮੀਟਰ ਨੂੰ ਜਿਹੜਾ ਵਾ ਰਿਪਰੈਜ਼ੈਂਟ ਕਰਦਾ ਵਾ। I1 ਯਾਨੀ ਕਿ ਇਨਪੁਟ ਸਾਈਡ ਵਾਲਾ ਜਿਹੜਾ ਕਰੰਟ ਹੈ ਵਿਚ ਇਜ਼ IB ਪਲਸ ਫਿਰ HR ਜਿਹਨੂੰ ਕਿ ਅਸੀਂ HR ਹੀ ਲਿਖਿਆ, ਇਹ ਸ਼ੋ ਕਰਨ ਵਾਸਤੇ ਵੀ ਇਹ ਕਾਮਨ ਇਮੀਟਰ ਹੈ। ਨਾਲ ਅਸੀਂ ਲਿਖਿਆ VC ਹੈਗਾ ਸਾਡਾ ਆਊਟਪੁੱਟ ਸਾਈਡ ਵਾਲੀ ਸਾਈਡ 'ਤੇ ਜਿਹੜਾ ਵੋਲਟੇਜ ਹੈ ਉਹਨੂੰ ਅਸੀਂ VC ਲਿਖਿਆ ਹੋਇਆ ਵਾ। ਫਰਦਰ ਮੋਰ I2 ਦਾ ਮਤਲਬ ਹੈ ਆਊਟਪੁੱਟ ਸਾਈਡ 'ਤੇ ਜਿਹੜਾ ਕਰੰਟ ਹੈ ਜਿਹਨੂੰ ਕਿ ਅਸੀਂ IC ਦਾ ਲਿਖਾਂਗੇ ਕਿਉਂਕਿ ਕੋਲੈਕਟਰ ਕਰੰਟ ਹੈ, ਇਜ਼ ਇਕੁਅਲ ਟੂ HF ਤੇ ਇੱਦਾਂ ਹੀ ਲਿਖਣਾ, ਪਰ ਨਾਲ E ਵੀ ਅਸੀਂ ਲਿਖਣਾ, ਇਹ ਰਿਪਰੈਜ਼ੈਂਟ ਕਰਨ ਵਾਸਤੇ ਵੀ ਇਹ ਕਾਮਨ ਇਮੀਟਰ ਹੈ। ਬੇਸਿਕਲੀ ਤੁਸੀਂ ਸਿਰਫ ਇਹੀ ਵਾਲੀ ਜਿਹੜੀ ਇਕੁਏਸ਼ਨ ਹੈ ਉਹਨੂੰ ਯਾਦ ਰੱਖਣਾ, ਇਹਦੇ ਤੋਂ ਹੀ ਜਿਹੜੇ ਹੈ ਤੁਹਾਡੀਆਂ ਇਹ ਅਗਲੀਆਂ ਇਕੁਏਸ਼ਨਸ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ। ਤੋ ਇਹਦੇ ਵਿੱਚ ਹੈ ਪਲਸ H0 ਯਾਨੀ ਕਿ H0E ਲਿਖੋਗੇ ਇੱਥੇ। ਉਸ ਤੋਂ ਬਾਅਦ V2 ਯਾਨੀ ਕਿ ਆਊਟਪੁੱਟ ਸਾਈਡ ਵਾਲੀ ਵੋਲਟੇਜ ਯਾਨੀ ਕਿ VC ਜਿਹੜਾ ਇੱਥੇ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਇਕੁਏਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਆਲਸੋ ਅਸੀਂ ਜਿਹੜੀ ਇਹ ਵਾਲੀ ਫਿਗਰ ਹੈ ਇਹਦੇ ਤੋਂ ਅਸੀਂ ਦੇ ਸਕਦੇ ਹਾਂ ਕਿ ਜਿਹੜਾ VB ਹੈ ਜਿਹੜਾ ਉਹਦੇ ਵਿੱਚ ਕੀ ਕੁਛ ਦੇ ਅਕਰੋਸ ਆ ਰਿਹਾ, ਇੱਕ ਤਾਂ VS ਆ ਰਿਹਾ, ਇੱਕ ਸਾਡੇ ਕੋਲ RS ਆ ਰਿਹਾ, ਠੀਕ ਹੈ। ਹੁਣ RS ਦੇ ਵਿੱਚੋਂ IB ਜਿਹੜਾ ਕਰੰਟ ਹੈ ਉਹ ਫਲੋ ਕਰ ਰਿਹਾ, ਤਾਂ ਇਸ ਤਰ੍ਹਾਂ ਫਿਰ ਅਸੀਂ ਲਿਖ ਦੇਵਾਂਗੇ VS ਮਾਈਨਸ IB RS। तो ये जोड़ा वा असी इनू लिख लिया। दूसरी साइड पर जोड़ा VC है वो कोल सिर्फ RL वाली साइड सिर्फ एक ही कह लो रजिस्टेंस आ, ये आउटपुट वाला ये अक्रॉस ही असी लैनी है।
ਤਾਂ VC ਨੂੰ ਅਸੀਂ ਲਿਖ ਲਿਆ ਮਾਈਨਸ ICRL। तो ਇਹ ਜਿਹੜੀਆਂ ਦੋ ਇਕੁਏਸ਼ਨ ਜਿਹੜੀਆਂ ਨੇ ਇਹ ਅਸੀਂ ਜਿਹੜੀਆਂ ਨੇ ਉਹ ਬਣਾ ਲਈਆਂ ਹੋਈਆਂ ਨੇ। तो ਇਹਦੇ ਇਕੁਇਲੈਂਟ ਸਰਕਿਟ ਜਿਵੇਂ ਅਸੀਂ ਪਿਛਲੀ ਵਾਰ ਕੀਤਾ ਸੀ ਉਸੇ ਤਰ੍ਹਾਂ ਹੀ ਜਿਹੜੇ ਨੇ ਸੇਮ ਡਰਾ ਕੀਤੇ ਹੋਏ ਨੇ। ਦਾ ਓਨਲੀ ਡਿਫਰੈਂਸ ਇਜ਼ ਕਿ ਇਹਦੇ ਵਿੱਚ ਸਾਡਾ RL ਜਿਹੜਾ ਵਾ ਉਹ ਇੱਥੇ ਆ ਰਿਹਾ ਕਿਉਂਕਿ ਦਿਸ ਇਜ਼ ਵਿਦ RL ਐਂਡ ਦਿਸ ਇਜ਼ ਵਿਦ RS ਐਂਡ ਵਿਦਆਊਟ RL। ਇਹਦੇ ਵਿੱਚ RL ਵਾਲਾ ਫੈਕਟਰ ਨਹੀਂ ਹੈਗਾ, ਜਦੋਂ ਕਿ ਇੱਧਰ ਜਿਹੜਾ ਵਾ ਉਹ ਅਸੀਂ ਇੱਥੇ RS ਜਿਹੜਾ ਹੈ ਉਹ ਲਗਾਇਆ ਹੋਇਆ ਵਾ। तो ਹੁਣ ਇਹਦੇ ਵਿੱਚ ਜਿਹੜੇ ਨੇ ਕੁਝ ਪੈਰਾਮੀਟਰਸ ਜਿਹੜੇ ਨੇ ਉਹ ਅਸੀਂ ਪਤਾ ਕਰਨੇ ਨੇ, ਜਿਵੇਂ ਕਿ ਕਰੰਟ ਗੇਨ ਜਿਹੜਾ ਸਭ ਤੋਂ ਪਹਿਲੇ ਪੈਰਾਮੀਟਰ ਆਉਂਦਾ ਹੈ। ਕਰੰਟ ਗੇਨ ਜਿਹੜਾ ਹੈ ਉਹ ਅਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ, ਆਊਟਪੁੱਟ ਕਰੰਟ ਡਿਵਾਈਡਡ ਬਾਈ ਇਨਪੁੱਟ ਕਰੰਟ। ਸੋ ਆਊਟਪੁੱਟ ਜਿਹੜਾ ਉਹ ਸਾਡਾ IC ਹੈ, ਇਨਪੁੱਟ ਜਿਹੜਾ ਉਹ ਸਾਡਾ IB ਕਰੰਟ ਹੈ। ਸੋ ਦਿਸ ਵੁੱਡ ਬੀ ਇਕੁਅਲ ਟੂ ਮਾਈਨਸ IC ਅਪੋਨ IB। ਤੋ ਇਹਨੂੰ ਇਹਦੇ ਵਿੱਚ ਹੁਣ ਅਸੀਂ IC ਦੀ ਸਾਡੇ ਕੋਲ ਇਕੁਏਸ਼ਨ ਸਾਡੇ ਕੋਲ ਇਹ ਹੈਗੀ ਆ। ਤਾਂ ਇੱਥੇ ਇਕੁਏਸ਼ਨ ਜਿਹੜੀ ਆ ਉਹ ਇੱਥੇ ਅਸੀਂ ਸਿੰਪਲੀ ਜਿਹੜੀ ਆ ਉਹ ਫਿਲ ਕਰ ਦਾਂਗੇ। ਹੁਣ ਇਹਦੇ ਵਿੱਚ ਇੱਕ ਚੀਜ਼ ਆ ਕਿ ਜਿਹੜੀ VC ਹੈ, VC ਨੂੰ ਅਸੀਂ ਲਿਖਿਆ ਹੋਇਆ ਮਾਈਨਸ ICRL। ਤਾਂ ਇਹਨੂੰ ਅਸੀਂ ਨਾਲ ਹੀ ਇੱਥੇ ਫਿਲ ਕਰ ਦਿੱਤਾ। ਤਾਂ HFE IB, ਉਸ ਤੋਂ ਬਾਅਦ H0E ਵਾਲਾ ਫੈਕਟਰ, ਉਸ ਤੋਂ ਬਾਅਦ ਮਾਈਨਸ ICRL ਯਾਨੀ ਕਿ ਮਾਈਨਸ ICRL ਜਿਹੜਾ ਫੈਕਟਰ ਹੈ ਇਹ ਤੁਹਾਡੇ ਕੋਲ VC ਦੇ ਜਿਹੜਾ ਵਾ ਥਰੂ ਜਿਹੜਾ ਇਹ ਸਬਸਟੀਟਿਊਟ ਅਸੀਂ ਜਿਹੜਾ ਇਹ ਕੀਤਾ ਹੋਇਆ ਵਾ। ਹੁਣ ਇਹਦੇ ਵਿੱਚ ਅਸੀਂ ਦੇਖੀਏ, ਅਗਰ ਅਸੀਂ IB ਨਿਕਾਲੀਏ, IB ਜਿਹੜੇ ਆ ਉਹ ਅਸੀਂ ਇੱਕ ਸਾਈਡ 'ਤੇ ਰੱਖ ਲੈਂਦੇ ਹਾਂ, IC ਜਿਹੜੇ ਆ ਅਸੀਂ ਦੂਜੇ ਪਾਸੇ ਲੈ ਜਾਂਦੇ ਹਾਂ ਸਾਰੇ, ਯਾਨੀ ਕਿ ਇਹ ਇੱਧਰ ਪਲੱਸ ਹੋ ਜਾਏਗਾ, ਉਹਦੇ ਨਾਲ HFE ਜਿਹੜਾ ਉਹ ਡਿਵਾਈਡ ਹੋ ਜਾਏਗਾ। ਤਾਂ ਦਿਸ ਇਜ਼ ਦ ਰਿਜ਼ਲਟਿੰਗ ਇਕੁਏਸ਼ਨ ਵੀ ਹੈਵ ਵਿਦ ਅਸ। तो ਹੁਣ ਅਸੀਂ ਕਰਨਾ ਕੀ ਹੈ, IC ਅਪੋਨ IB ਯਾਨੀ ਕਿ IC ਅਪੋਨ IB ਕਰਨਾ। IC ਨੂੰ ਸਿੰਪਲ IC ਲਿਖ ਲਓ, ਫਿਰ IB ਯਾਨੀ ਕਿ ਆਹ ਵਾਲੀ ਜਿਹੜੀ ਵੀ ਸਾਰੀ ਵੈਲਿਊ ਹੈ ਇਹ ਤੁਸੀਂ ਨੀਚੇ ਜਿਹੜੀ ਹੈ ਉਹ ਫਿਲ ਕਰ ਦਿਓ, ਕਿਉਂਕਿ ਇਹ ਸਾਰੀ ਚੀਜ਼ ਡਿਨੋਮੀਨੇਟਰ ਦੇ ਵਿੱਚ ਹੈ। ਅਤੇ ਜਦੋਂ ਇਹ ਮਤਲਬ ਮਲਟੀਪਲਾਈ ਹੋਏਗੀ ਅਤੇ ਰਿਵਰਸ ਸਾਈਡ 'ਚ ਹੋ ਕੇ ਰੈਸੀਪ੍ਰੋਕਲ ਲੈ ਕੇ ਕਰਾਂਗੇ, ਤਾਂ ਇੱਥੇ ਤੁਹਾਡੇ ਕੋਲ ਆ ਜਾਏਗਾ ਮਾਈਨਸ HFE ਅਪੋਨ 1 ਪਲੱਸ H0ERL। ਤਾਂ ਇਹ ਜਿਹੜਾ ਇਹ ਸਾਡੇ ਕੋਲ ਆ ਗਿਆ ਕਰੰਟ ਗੇਨ। ਹੁਣ ਜਿਹੜੀਆਂ ਤੁਹਾਨੂੰ ਕੁਝ ਵੈਲਿਊਜ਼ ਦੱਸਣਾ ਚਾਹੁੰਦੀ ਹਾਂ, ਟਿਪੀਕਲ ਵੈਲਿਊਜ਼ ਜਿਹੜੀਆਂ ਨੇ HOE HFE ਇਹਨਾਂ ਦੀਆਂ ਜਿਹੜੀਆਂ ਨੇ ਇਹ ਮੈਂ ਦੂਸਰੀ ਇੱਕ ਬੁੱਕ ਤੋਂ ਜਿਹੜੀਆਂ ਰੈਫਰ ਕੀਤੀਆਂ ਨੇ ਕਿ HI ਜਿਹੜੀ ਹੈ ਉਹਦੀ ਨੋਰਮਲੀ ਵੈਲਿਊ 1 ਕਿਲੋ ਓਮ ਹੁੰਦੀ ਹੈ, HR ਦੀ 25 × 10⁻⁴ ਹੁੰਦੀ ਹੈ, HF ਦੀ ਅਰਾਊਂਡ 50 ਹੁੰਦੀ ਹੈ ਔਰ H0 ਦੀ 25 ਮਾਈਕਰੋਸੀਮਨ ਹੁੰਦੀ ਹੈ। ਅਗਰ ਅਸੀਂ ਇਹਨੂੰ ਕਨਵਰਟ ਕਰੀਏ ਮਤਲਬ 1/H0E ਲੈ ਲਈਏ ਤਾਂ ਇਹਦੀ ਵੈਲਿਊ ਜਿਹੜੀ ਹੈ ਅਰਾਊਂਡ 40 ਕਿਲੋ ਓਮ ਦੇ ਵਿੱਚ ਹੁੰਦੀ ਹੈ। ਤਾਂ ਇਹ ਜਿਹੜੀਆਂ ਨੇ ਇਹ ਆਲਮੋਸਟ ਜਿਹੜੀਆਂ ਵੈਲਿਊਜ਼ ਹੁੰਦੀਆਂ ਨੇ, ਇਹਨਾਂ ਵੈਲਿਊਜ਼ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਵੀ ਕਿਹੜੀਆਂ ਕਿਉਂਕਿ ਓਮਸ ਦੇ ਨਾਲ ਅਸੀਂ ਜ਼ਿਆਦਾ ਡੀਲ ਕਰਦੇ ਹਾਂ, ਤਾਂ ਉਹਦੇ ਤੋਂ ਜਿਹੜਾ ਹੈ ਉਹ ਤੁਹਾਨੂੰ ਕਲੀਅਰ ਹੋ ਸਕਦਾ ਹੈ ਵੀ ਕਿਸ ਤਰ੍ਹਾਂ ਜਿਹੜਾ ਇਹਨਾਂ ਦੀ ਜਿਹੜੀ ਅਸੀਂ ਕੰਡੀਸ਼ਨਸ ਲਗਾ ਰਹੇ ਹਾਂ ਉਹ ਕਿਸ ਤਰ੍ਹਾਂ ਲਗਾ ਰਹੇ ਹਾਂ। ਤਾਂ ਅੱਗੇ ਕੰਡੀਸ਼ਨ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਦੋਂ ਅਗਰ RL ਦੀ ਵੈਲਿਊ ਘੱਟ ਹੈ 1/H0E ਤੋਂ, ਹੁਣ 1/H0E ਦੀ ਵੈਲਿਊ ਹੈ 40 ਕਿਲੋ ਓਮ ਆਲਮੋਸਟ, ਹੈ ਨਾ। ਤਾਂ ਅਗਰ ਇਹਦੀ ਵੈਲਿਊ ਘੱਟ ਹੈ ਨਾ ਕਿਲੋ ਓਮ, 40 ਕਿਲੋ ਓਮ ਤੋਂ ਘੱਟ ਹੈ, ਤਾਂ ਫਿਰ ਇਹ ਦੇਖੋ ਇਹ ਜਿਹੜੀਆਂ ਇਹਨਾਂ ਦੋਵਾਂ ਦੀ ਜਿਹੜੀ ਮਲਟੀਪਲੀਕੇਸ਼ਨ ਹੈ ਉਹ 1 ਤੋਂ ਘੱਟ ਹੋ ਜਾਏਗੀ। ਤਾਂ ਇਹਦਾ ਮਤਲਬ ਕਿ ਜਿਹੜਾ ਆਹ ਵਾਲਾ ਫੈਕਟਰ ਹੈ ਤੁਹਾਡਾ ਆਲਮੋਸਟ ਜਿਹੜਾ ਇਹ ਖਤਮ ਹੋ ਜਾਏਗਾ, 1 ਤੋਂ ਬਹੁਤ ਜ਼ਿਆਦਾ ਘੱਟ ਹੋਏਗਾ। ਇਹਨੂੰ ਅਗਲੇ ਅਸੀਂ ਨਿਗਲੀਜੀਬਲ ਮੰਨ ਲਈਏ ਤਾਂ ਸਾਡੇ ਕੋਲ AIE ਦੀ ਵੈਲਿਊ ਜਿਹੜੀ ਹੈ ਸਾਡੇ ਕੋਲ ਸਿੰਪਲੀ ਮਾਈਨਸ HFE ਰਹਿ ਜਾਂਦੀ ਹੈ। ਤਾਂ HFE ਕੀ ਹੈਗਾ, ਐਕਚੁਅਲੀ ਵਿੱਚ ਉਹ ਬੀਟਾ ਹੀ ਫੈਕਟਰ ਹੈ। ਤਾਂ ਇਹਨੂੰ ਜਿਹੜਾ ਵਾ ਅਸੀਂ ਮਾਈਨਸ ਬੀਟਾ ਜਿਹੜਾ ਵਾ ਉਹ ਲਿਖ ਸਕਦੇ ਹਾਂ। ਦਿਸ ਇਜ਼ ਯੂਅਰ ਕਰੰਟ ਗੇਨ। ਸੇਮ ਇਹ ਕਰੰਟ ਗੇਨ ਜਿਹੜਾ ਹੈ ਤੁਸੀਂ ਵੈਸੇ ਵੀ ਪੜ੍ਹਿਆ ਵੀ ਬੀਟਾ ਫੈਕਟਰ ਜਿਹੜਾ ਹੈ ਉਹ ਬੀਟਾ ਇਜ਼ ਯੂਅਰ ਕਰੰਟ ਗੇਨ। ਤਾਂ ਇੱਥੋਂ ਵੀ ਜਿਹੜਾ ਵਾ ਇਹ ਤੁਸੀਂ ਇਸ ਤਰੀਕੇ ਨਾਲ ਜਿਹੜਾ ਇਹਨੂੰ ਕਲੀਅਰਲੀ ਕਰ ਸਕਦੇ ਹੋ। ਤਾਂ ਇੱਥੇ ਜਿਹੜਾ ਇੱਕ ਫੈਕਟਰ ਇਹ ਚੀਜ਼ ਦੱਸਣੀ ਜ਼ਰੂਰੀ ਹੈ ਵੀ ਜਿਹੜਾ ਨੈਗੇਟਿਵ ਫੈਕਟਰ ਹੈ ਉਹ ਜਸਟ ਸਿੰਪਲੀ ਇਹ ਸ਼ੋ ਕਰਦਾ ਹੈ ਕਿ ਜਿਹੜਾ ਆਊਟਪੁੱਟ ਕਰੰਟ ਹੈ ਉਹ 180 ਡਿਗਰੀ ਆਊਟ ਆਫ ਫੇਸ ਹੈ। ਇਹ ਅਸੀਂ ਆਲਰੇਡੀ ਵੀ ਡਿਸਕਸ ਪਹਿਲੇ ਵੀ ਅਸੀਂ ਕੀਤਾ ਸੀ ਡਿਸਕਸ, ਜਦੋਂ ਅਸੀਂ ਕਰੰਟ ਜਿਹੜੇ ਤੁਹਾਡੇ ਕਾਮਨ ਇਮੀਟਰ ਔਰ ਕਾਮਨ ਬੇਸ ਐਂਪਲੀਫਾਇਰ ਕੀਤੇ ਸੀਗੇ, ਅਤੇ ਤੁਸੀਂ ਦੇਖਿਆ ਸੀ ਕਾਮਨ ਬੇਸ ਦੇ ਵਿੱਚ ਸੇਮ ਫੇਜ਼ ਹੀ ਰਹਿੰਦਾ ਹੈ, ਜਦੋਂ ਕਿ ਕਾਮਨ ਇਮੀਟਰ ਦੇ ਵਿੱਚ 180 ਡਿਗਰੀ ਜਿਹੜਾ ਹੈ ਉਹ ਫੇਜ਼ ਜਿਹੜਾ ਉਹਦਾ ਚੇਂਜ ਹੋ ਜਾਂਦਾ ਹੈ। ਨੈਕਸਟ ਪੈਰਾਮੀਟਰ ਵੀ ਆਰ ਡਿਸਕਸਿੰਗ ਇਜ਼ ਇਨਪੁਟ ਰੈਜ਼ਿਸਟੈਂਸ ਵਿਚ ਇਜ਼ RIE। ਹੁਣ ਇਹਦਾ ਜਿਹੜਾ ਇਨਪੁਟ ਰੈਜ਼ਿਸਟੈਂਸ ਹੈ ਕਿਸੇ ਵੀ ਚੀਜ਼ ਦਾ ਉਹ ਜ਼ਿਆਦਾ ਹੋਣਾ ਚਾਹੀਦਾ ਹੈ।
ਆਊਟਪੁੱਟ ਰੈਜ਼ਿਸਟੈਂਸ ਘੱਟ ਹੋਣਾ ਚਾਹੀਦਾ, ਜਿਹੜੀ ਕਿ ਇਹ ਜਿਹੜੇ ਅੱਛੇ ਜਿਹੜਾ ਵੋਲਟ ਜਿਹੜਾ ਐਂਪਲੀਫਾਇਰ ਹੈ ਉਹਦੀ ਜਿਹੜੀ ਨਿਸ਼ਾਨੀ ਹੈ। ਤਾਂ ਉਹਦੇ ਲਈ ਅਸੀਂ ਕੀ ਕੀਤਾ ਹੈ, ਇਨਪੁਟ ਰੈਜ਼ਿਸਟੈਂਸ ਅਸੀਂ ਪਤਾ ਕਰਨੀ ਹੈ ਤਾਂ ਕੀ ਕਰਾਂਗੇ, ਵੋਲਟੇਜ ਅਪੋਨ ਕਰੰਟ ਕਰਾਂਗੇ ਸਿੰਪਲ। तो इनपुट वोल्टेज अपॉन इनपुट करंट आई वी बी अपॉन आई बी जो उसी करना है। वी बी वाला सेम जी असी पिछों इक्वेशन जी देखी है वो ये हैगी साडे कोल। हुण वी बी नूं असी आई बी नाल सारे किते असी आई बी नाल जिहड़ा वा इहनूं डिवाइड किया, ये जिहड़ा वा असी डिवाइड कर लिया होया असी इत्थे। हुण ये वाला फैक्टर तो साडा आर आई ई है, ठीक है। तो ये साडे कोल ये फैक्टर जिहड़ा वा ये साडे कोल बन जांदा है। अगेन असी वी सी नूं माइनस आई सी आर एल जिहड़ा ये फिल करता, तो साडे कोल ये दो जिहड़े ने वो साडे कोल आ गए ने। तो आई सी अपॉन आई बी जिहड़ा है फैक्टर, हुण असी इक्वेशन जिहड़ी आ फर्दर जिहड़ी आ उहनूं यूज़ किया है, जिन्हों कि असी ए आई ई लिखिया सीगा ना, असी लिखिया सी असी डिफाइन किया सी ए आई ई नूं असी डिफाइन किया सी माइनस आई सी अपॉन आई बी। तो ये जिहड़ा माइनस आई सी अपॉन आई बी है इहदी जगह ते असी सिंपली ए आई ई जिहड़ा लिखिया है। तो ये जिहड़े फैक्टर्स ने ये तुहाडे कोल आ गए। अगर असी इहनूं एब्सट्रैक्ट प्रॉपर लिखना होवे ए आई ई नूं तां असी जिहड़ा वा ये उही पिछले वाला जिहड़ा वा असी लिख लिया इहनूं। तो इहदा वैल्यू हैगी है एच एफ पी डिवाइडेड बाय 1 प्लस एच नॉट ई आर एल। तो ये जिहड़ा वा ये तुहाडे कोल इनपुट रजिस्टेंस आ गया। हुण ये जिहड़ा इनपुट रजिस्टेंस है तुसीं देखदे हो भी लोड रजिस्टेंस के उपर जिहड़ा वा वो डिपेंड करता है। हुण नीचे तुसीं देखदे हो कि दो फैक्टर्स ने, इसलिए कैंसल नहीं हो सकते एक दूसरे दे नाल। तो इनू प्रॉपर अगर तुसीं क्लीयर करना है तो एक तुसीं ब्रैकेट इत्थे पा सकते हो। नैक्सट इज़ योर वोल्टेज गेन। वोल्टेज गेन की है, आउटपुट वोल्टेज अपॉन इनपुट वोल्टेज। असी किसी भी चीज़ का गेन देखना है तो आउटपुट अपॉन इनपुट ही करना है। तो वी सी नूं अगेन माइनस आई सी आर लिखिया, हर एक जगह पर असी यही वैल्यू जी फिल कर रहे हैं। वी बी जी है उन्होंने असी लिखिया आई बी आर, वी बी नूं असी लिखिया आई बी आर आर आई ई, यानी कि इनपुट वाला जिहड़ा तुहाडा हैगा ये वाला फैक्टर। तो असी इक्वेशन इत्थे यूज़ की है, ए वाली इक्वेशन यूज़ की है, वी बी आई बी का रिलेशन सीगा तुहाडे कोल। तो असी वी बी नूं लिख लिया आई बी आर आई ई, ये जिहड़ा असी लिख लिया नूं। उस तो बाद इहदे विच असी की कीता होया है, हुण फर्दर जी पिछलियां इक्वेशनस आ सारियां तुसीं इत्थे अगे जिहड़ियां वो यूज़ कर रहे हो। हुण असी इक्वेशन यूज़ की है 3.38, उही जिहड़ी तुहाडी हैगी है ए जिहदे विच ए फैक्टर जिहड़ा तुहाडा आंदा है, क्योंकि इत्थे भी आई सी अपॉन आई बी तुहाडे कोल आ गया, ठीक है। अगेन जिहड़ा वा इत्थे भी जिहड़ा वा तुहाडा करंट गेन दा जिहड़ा वा वो असीं इत्थे इंट्रोड्यूस करांगे। तो इस तरह तुहाडे कोल इनू जिहड़ा वा सिंपली तुसीं ए आई ई आर एल अपॉन आर आई ई लिख लो। इन्हां ने आई सी नूं ए आई ई आई बी लिखिया, फिर उस तो बाद आई बी नाल आई बी कैंसल किया है। तुसीं जिस मर्जी तरीके नाल कर सकते हो भी, इनू सिंपली इत्थे ए रिप्लेस कर लो। और फिर दोबारा जिहड़ा ए आई ई जिहड़ा वा ओहदी जिहड़ी वैल्यूज़ हैगियां ने वो असी फिल कीतियां ने, असी आर आई ई दी वैल्यू जिहड़ियां ने वो फिल कीतियां ने। तो ये जो असी वैल्यूज़ जो फिल करते हैं तो असी थोड़ी सिंपलीफिकेशन करते हैं, तो साढ़े कोल जिहड़ा वा ए वी ई जिहड़ा वा यानी कि जिहड़ा तुहाडा वोल्टेज गेन है तुहाडे कोल ए आंदा है। तो जिथे कि डेल्टा जिहड़ा वा ये रिप्रजेंट कर रहा वा जिहड़े फैक्टर्स ने साडे एच पैरामीटर्स उन्हां नूं माइनस करके पता कर रहा है। तो इसका मतलब जी वोल्टेज गेन आ वो तुहाडी डेल्टा ते डिपेंड करती है, एच एफ ई एच आई ई ते डिपेंड करती है, ऑफकोर्स आर एल ते डिपेंड करती है। तो ये जिहड़ियां वा ये चीज़ां तुहाडियां ये पैरामीटर हैगा तुहाडा वोल्टेज गेन। नैक्सट तुहाडा पैरामीटर है पावर गेन। पावर गेन हो गया आउटपुट पावर अपॉन इनपुट पावर। आउटपुट पावर होगी तुहाडी वी सी आई सी और इनपुट पावर होगी वी बी आई बी। तो असी की करते हैं वी सी अपॉन आई बी अलग कर लो, तो आई सी अपॉन आई पी अलग आई बी जिहड़ा वा इनू अलग कर लो। तो ए की हो गया ए वी ई, ए वाला हो गया ए आई ई। तो बस वो जिहड़ियां दोनों इक्वेशनस आ, एक ए वाली एक जो असीं सब तो पहले असीं जिहड़ा पार्ट कीता है वो दोनों जिहड़ियां इत्थे मल्टीप्लाई कर दो, ये तुहाडा पावर गेन आ गया। नैक्सट हैगा है तुहाडा आउटपुट रजिस्टेंस। आउटपुट रजिस्टेंस जिहड़ा वा जिवें असीं इनपुट कीता है वी बी अपॉन आई बी, ये तुहाडा होएगा वी सी अपॉन आई सी। तो ये जिहड़ा ये तुहाडा आउटपुट रजिस्टेंस है और ये विच जिहड़ी आ असीं इक्विवेलेंट सर्किट जिहड़ा वा वो यूज़ किया है। तो आई सी दी जिहड़ी वैल्यू है वो असीं ए लिखी है, ये साडी उही इक्वेशन जिहड़ी असीं स्टार्टिंग दे विच लिखी सीगी।
ਔਰ IB ਦੇ ਲਈ ਜਿਹੜੀ ਆ ਇਹ ਸਾਡੇ ਕੋਲ ਇਕੁਏਸ਼ਨ ਹੈਗੀ ਆ। ਤੋ ਅਸੀਂ ਕੀ ਕਰ ਰਹੇ ਹਾਂ, IB ਦੀ ਜਿਹੜੀ ਵੈਲਿਊ ਆ ਉਹ ਸਾਡੇ ਕੋਲ ਇਹ ਜਿਵੇਂ ਆ ਗਈ ਹੈ, ਤਾਂ IC ਜਿਹੜਾ ਹੈ ਉਹ ਸਾਡੇ ਕੋਲ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਬਣ ਜਾਂਦਾ, ਕਿਉਂਕਿ ਸਾਡੇ ਕੋਲ IB ਹੈ ਸਾਡੇ ਕੋਲ ਆ ਗਿਆ, ਤਾਂ IC ਜਿਹੜਾ ਇਸ ਤਰੀਕੇ ਨਾਲ ਅਸੀਂ ਇਹਨੂੰ ਲਿਖ ਸਕਦੇ ਹਾਂ। ਤੁਸੀਂ ਇੱਥੇ ਦੇਖ ਸਕਦੇ ਹੋ ਕਿ H0 ਹੀ VEC ਵਾਲਾ ਫੈਕਟਰ ਇਸ ਤਰ੍ਹਾਂ ਹੀ ਹੈ। ਇਸੇ ਤਰ੍ਹਾਂ HFE ਜਿਹੜਾ ਇਸ ਤਰ੍ਹਾਂ ਹੈ। IB ਦੀ ਜਿਹੜੀ ਵੈਲਿਊ ਆ ਜਿਹੜੀ ਸਾਡੀ ਆਈ ਆ, ਇਹ ਅਸੀਂ ਮਾਈਨਸ ਕਰਕੇ ਨੈਗੇਟਿਵ ਸਾਈਨ ਲੱਗਣਾ ਹੀ ਸੀ ਇੱਥੇ, ਤੇ ਇਹ ਜਿਹੜੇ ਫੈਕਟਰਸ ਆ ਸਾਡੇ ਆਏ ਆ। ਇਸ ਆਰਟੀਕਲ ਦੇ ਵਿੱਚ ਸਿੰਪਲੀਫਿਕੇਸ਼ਨ ਜਿਹੜੀ ਹੈ ਥੋੜ੍ਹੀ ਜ਼ਿਆਦਾ, ਪਿਛਲੇ ਜਿਹੜੇ ਹੈਗੇ ਆ ਤੁਹਾਡੇ ਪੈਰਾਮੀਟਰਸ ਉਹ ਜਿਹੜੇ ਨਾ ਉਹ ਜ਼ਿਆਦਾ ਯੂਜ਼ ਕੀਤੇ ਹੋਏ ਨੇ। ਤਾਂ ਇਹਦੇ ਵਿੱਚ ਜਿਵੇਂ ਇੱਥੋਂ VC ਜਿਹੜਾ ਇਹਨੂੰ ਕਾਮਨ ਲੈ ਲਈਏ, ਇਹ ਤੁਹਾਡੇ ਕੋਲ ਆ ਜਾਂਦਾ ਹੈ। ਫਿਰ ਅਗੇਨ ਇਹਦਾ LCM ਲੈ ਲਓ ਤੁਸੀਂ, ਠੀਕ ਹੈ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਕਿਹੜੇ ਕਿਹੜੇ ਫੈਕਟਰਸ ਜਿਹੜੇ ਨੇ ਉਹ ਤੁਹਾਡੇ ਕੋਲ ਹੈਗੇ ਨੇ। ਇਹ ਸਾਡੇ ਕੋਲ ਨਿਕਲਿਆ ਹੈ IC ਇਨ ਦ ਫੋਰਮ ਆਫ VC। ਤਾਂ ਅਸੀਂ ਨਿਕਾਲਣਾ ਸੀ VC ਅਪੋਨ IC, ਯਾਨੀ ਕਿ VC ਅਪੋਨ ਜਦੋਂ ਅਸੀਂ IC ਕਰਾਂਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ VC ਨੂੰ VC ਲਿਖ ਲਓ, IC ਨੂੰ ਤੁਸੀਂ ਇੱਥੇ ਲਿਖ ਲਓ VC, ਅਤੇ ਨਾਲ ਇਹ ਜਿਹੜਾ ਸਾਰਾ ਫੈਕਟਰ ਲਿਖ ਲਓ RSHOE ਪਲੱਸ HIEHOE plus minus HREHFE divided by RS plus HIE। ਇਹ ਤੁਸੀਂ ਫੈਕਟਰ ਇੱਥੇ ਲਿਖ ਲਓ। ਹੁਣ VC ਨਾਲ VC ਕੈਂਸਲ ਹੋ ਜਾਏਗਾ, ਇਹ ਵਾਲਾ ਫੈਕਟਰ ਉੱਪਰ ਚਲ ਜਾਏਗਾ, ਅਤੇ ਤੁਹਾਡੇ ਕੋਲ RS plus HIE ਅਪੋਨ ਦਿਸ ਫੈਕਟਰ ਤੁਹਾਡੇ ਕੋਲ ਆ ਜਾਣਗੇ। ਔਰ ਕਿਉਂਕਿ ਇਹ ਅਗੇਨ ਜਿਹੜਾ ਵਾ ਇਹ ਤੁਹਾਡਾ ਡੈਲਟਾ ਹੈ, ਅਸੀਂ ਦੇਖਿਆ ਸੀਗਾ। ਤੋ ਇਹਦੇ ਵਿੱਚ ਹੁਣ ਇੰਪੋਰਟੈਂਟ ਗੱਲ ਇਹ ਆ ਕਿ ਜਿਹੜਾ ਆਊਟਪੁੱਟ ਰੈਜ਼ਿਸਟੈਂਸ ਹੈ HROE ਜਿਹੜਾ ਵਾ, ਇਹ ਫੰਕਸ਼ਨ ਹੈਗਾ ਸੋਰਸ ਰੈਜ਼ਿਸਟੈਂਸ ਦਾ। RS ਦਾ ਜਿਹੜਾ ਵਾ ਉਹ ਰੈਜ਼ਿਸਟੈਂਸ ਦਾ ਹੈਗਾ ਵਾ। ਅਦਰਵਾਈਜ਼ ਜਿਹੜਾ ਤੁਸੀਂ ਪੜ੍ਹਿਆ ਸੀ ਪਹਿਲੇ ਵੋਲਟੇਜ ਗੇਨ ਕੀਤਾ ਸੀਗਾ ਜਾਂ ਇਨਪੁੱਟ ਰੈਜ਼ਿਸਟੈਂਸ ਦੇਖਿਆ ਸੀ, ਉਹ ਡਿਪੈਂਡ ਕਰਦਾ RL ਦੇ ਉੱਪਰ, ਠੀਕ ਹੈ। ਤੋ RL ਦੀ ਵੈਲਿਊ ਦੇ ਨਾਲ ਇਨਪੁੱਟ ਰੈਜ਼ਿਸਟੈਂਸ ਜਿਹੜਾ ਵਾ ਉਹ ਵੇਰੀ ਕਰਦਾ ਹੈ, RS ਦੀ ਵੈਲਿਊ ਦੇ ਨਾਲ ਜਿਹੜਾ ਹੈ ਉਹ ਆਊਟਪੁੱਟ ਰੈਜ਼ਿਸਟੈਂਸ ਵੇਰੀ ਕਰਦਾ ਸਾਡਾ। ਸੋ ਨੈਕਸਟ ਅਸੀਂ ਦੇਖਦੇ ਹਾਂ ਓਵਰਆਲ ਵੋਲਟੇਜ ਗੇਨ। ਓਵਰਆਲ ਵੋਲਟੇਜ ਗੇਨ ਦੇ ਵਿੱਚ ਅਸੀਂ ਇਹ ਉਹ ਵਾਲਾ ਵੋਲਟੇਜ ਗੇਨ ਹੈ ਜਿਹਦੇ ਵਿੱਚ ਅਸੀਂ ਸੋਰਸ ਰੈਜ਼ਿਸਟੈਂਸ ਜਿਹੜੀ RS ਹੈ ਉਹਨੂੰ ਵੀ ਕੰਸੀਡਰ ਕਰ ਰਹੇ ਹਾਂ। ਤਾਂ ਓਵਰਆਲ ਉਹਦੇ ਲਈ ਜਿਹੜਾ ਹੈ ਅਸੀਂ VC ਅਪੋਨ VS ਲਿਖਾਂਗੇ, ਔਰ ਇਹਨੂੰ ਜਿਹੜਾ ਹੈ ਅਸੀਂ ਅੱਗੇ ਫਰਦਰ ਲਿਖ ਸਕਦੇ ਹਾਂ VC ਅਪੋਨ VB ਦੇ ਨਾਲ VB ਅਪੋਨ VS। ਤਾਂ VC ਅਪੋਨ VB ਵਾਲਾ ਜਿਹੜਾ ਫੈਕਟਰ ਹੈ ਅਸੀਂ ਆਲਰੇਡੀ ਨਿਕਾਲ ਚੁੱਕੇ ਹਾਂ AVE, ਇਹਦੇ ਨਾਲ ਹੋ ਗਿਆ ਤੁਹਾਡੇ ਕੋਲ VB ਅਪੋਨ VS। ਹੁਣ ਇਹਦੇ ਵਿੱਚ ਇਹ ਜਿਹੜੀ ਹੈ ਇਹ ਚੀਜ਼ ਕਾਊਂਟ ਕਰਦੀ ਹੈ ਕਿ ਜਿਹੜਾ VB ਜਿਹੜੀ ਓਵਰਆਲ ਜਿਹੜੀ VS ਜਿਹੜੀ ਓਵਰਆਲ ਵੋਲਟੇਜ ਹੈਗੀ ਆ, ਇਹ ਤੁਹਾਡੀ RIE ਦੇ ਉੱਪਰ ਅਤੇ RS ਜਿਹੜੇ ਨੇ ਦੋਨਾਂ ਰੈਜ਼ਿਸਟੈਂਸਿਸ ਦੇ ਵਿੱਚ ਜਿਹੜੀ ਆ ਉਹ ਕਹਿ ਲਓ ਵੀ ਡਰੋਪ ਹੁੰਦੀ ਆ। ਪਰ ਅਗਰ ਅਸੀਂ ਸਿਰਫ VB ਨਿਕਾਲਣੀ ਹੋਵੇ ਤਾਂ ਫਿਰ ਅਸੀਂ ਉਹ ਵਾਲੀ ਵੋਲਟੇਜ ਲਵਾਂਗੇ ਜਿਹੜੀ ਕਿ RIE ਦੇ ਅਕਰੋਸ ਹੀ ਜਿਹੜੀ ਡਰੋਪ ਹੋ ਰਹੀ ਹੈ। ਤਾਂ ਇਸ ਲਈ ਇਹਨੂੰ ਅਸੀਂ ਲਿਖਿਆ ਹੋਇਆ RIE ਅਪੋਨ RIE ਪਲੱਸ RS। ਮਤਲਬ ਕਹਿ ਲਓ ਵੀ ਤੁਹਾਡੇ ਕੋਲ ਜਿਵੇਂ ਹੁਣ ਸਾਡੇ ਕੋਲ ਇੱਕ ਵੋਲਟੇਜ ਸੋਰਸ ਹੋਵੇ, ਇੱਕ ਸਾਡੇ ਕੋਲ ਰੈਜ਼ਿਸਟੈਂਸ ਹੋਵੇ R1, ਇੱਕ ਦੂਸਰਾ ਰੈਜ਼ਿਸਟੈਂਸ ਹੋਵੇ R2 ਹੋਵੇ, ਤਾਂ ਇਹ ਜਿਹੜੀ V ਹੈ ਦੋਨਾਂ ਦੇ ਵਿੱਚ ਜਿਹੜੀ ਹੈ ਡਿਵਾਈਡ ਹੁੰਦੀ ਹੈ। ਬਟ ਅਗਰ ਅਸੀਂ ਇਹਦੇ ਅਕਰੋਸ ਅਸੀਂ ਅਗਰ V ਨਿਕਾਲਣੀ ਹੋਵੇ ਤਾਂ ਅਸੀਂ ਲਿਖਾਂਗੇ R1 ਅਪੋਨ R1 ਪਲੱਸ R2, ਔਰ ਇਹਦੇ ਨਾਲ ਲਿਖਾਂਗੇ V ਦੀ ਵੈਲਿਊ। ਤੋ ਇਹ ਜਿਹੜੀ ਹੈ ਇਹਦੇ ਅਕਰੋਸ ਵੋਲਟੇਜ ਹੋਏਗੀ। ਇਸੇ ਤਰ੍ਹਾਂ ਜਿਹੜੀ IRE ਦੇ ਅਕਰੋਸ ਜਿਹੜੀ ਵੋਲਟੇਜ ਹੈ ਉਹ ਹੋਏਗੀ RIE ਅਪੋਨ RIE ਪਲੱਸ RS, ਉਹਦੇ ਨਾਲ VS। ਤੋ ਇਹ ਜਿਹੜਾ ਇਹ ਤੁਹਾਡਾ ਇੱਥੋਂ VB ਜਿਹੜਾ ਹੈ ਅਸੀਂ ਲਿਖਿਆ ਹੋਇਆ ਵਾ, ਔਰ ਇਹ ਜਿਹੜਾ ਇਹ ਤੁਸੀਂ ਇਕੁਇਲੈਂਟ ਜਿਹੜਾ ਤੁਹਾਡਾ ਸਰਕਿਊਟ ਹੈ ਉਹ 'ਚ ਦਿੱਤਾ ਹੋਇਆ ਉਹਦੇ ਤੋਂ ਅਸੀਂ ਇਹ ਚੀਜ਼ ਨਿਕਾਲੀ ਹੈ, ਔਰ ਅਸੀਂ ਇਹਦੀ ਵੈਲਿਊ ਨਿਕਾਲਣਾ ਚਾਹੁੰਦੇ ਹਾਂ। ਇਹ ਸਾਡੇ ਕੋਲ ਆ ਗਿਆ। ਫਿਰ ਇੱਥੋਂ VB ਅਪੋਨ VS ਜਿਹੜਾ ਉਹ ਇਹਦੀ ਵੈਲਿਊ ਹੈ। ਤੋ AVE ਦੇ ਨਾਲ ਆ ਜਿਹੜੀ ਇੱਥੇ ਤੁਸੀਂ ਲਿਖ ਲਓਗੇ, ਇਹਨੂੰ ਇਹ ਵਾਲਾ ਟਰਮ ਨੂੰ ਇੱਥੇ ਲਿਖ ਲਓਗੇ, ਅਤੇ ਉਹਦੇ ਨਾਲ ਤੁਹਾਡੇ ਕੋਲ ਇਹ ਜਿਹੜਾ ਇਹ ਆ ਜਾਏਗਾ। ਹੁਣ ਤੁਸੀਂ ਦੇਖਦੇ ਹੋ ਵੀ ਸੋਰਸ ਰੈਜ਼ਿਸਟੈਂਸ ਹੋਣ ਦੇ ਨਾਲ ਜਿਹੜਾ ਵਾ ਉਹ ਓਵਰਆਲ ਗੇਨ ਦੇ ਉੱਪਰ ਜਿਹੜਾ ਵਾ ਕਿੰਨਾ ਜਿਹੜਾ ਫਰਕ ਪੈਂਦਾ ਹੈ। ਤੋ ਆਈਡਲੀ ਜਿਹੜਾ RS ਹੈਗਾ ਉਹਨੂੰ 0 ਹੋਣਾ ਚਾਹੀਦਾ। ਸੋਰਸ ਰੈਜ਼ਿਸਟੈਂਸ ਜਿਹੜਾ RS ਹੈ ਉਹ 0 ਹੋਣਾ ਚਾਹੀਦਾ। ਅਗਰ ਇਹ 0 ਹੋ ਜਾਂਦਾ ਹੈ ਅਤੇ ਇਹ ਦੋਨੋਂ ਫੈਕਟਰਸ ਆਪਸ ਕੈਂਸਲ ਹੋ ਜਾਂਦੇ ਆ, ਉਸ ਟਾਈਮ 'ਤੇ ਜਿਹੜਾ ਓਵਰਆਲ ਵੋਲਟੇਜ ਗੇਨ ਹੈ ਉਹ ਤੁਹਾਡੇ ਵੋਲਟੇਜ ਗੇਨ ਦੇ ਇਕੁਅਲ ਹੀ ਆ ਜਾਂਦਾ ਹੈ। ਫਰਦਰ ਅਸੀਂ ਦੇਖੀਏ ਓਵਰਆਲ ਕਰੰਟ ਗੇਨ, ਹੈ ਨਾ। ਹੁਣ ਇਹ ਸਾਡੇ ਕੋਲ ਹੋਊਗਾ IC ਅਪੋਨ IS, ਹੈ ਨਾ।
तो IC/IB ਇੱਧਰ ਵੀ ਸੇਮ ਅਸੀਂ ਜਿਵੇਂ ਇੱਥੇ ਕੀਤਾ ਸੀਗਾ ਇਸੇ ਤਰ੍ਹਾਂ ਹੀ ਇੱਥੇ ਅਸੀਂ ਕਰ ਲਿਆ ਇਹਨੂੰ। ਤਾਂ ਔਰ ਜਿਹੜਾ IC/IB ਦੀ ਵੈਲਿਊ ਅਸੀਂ ਆਲਰੇਡੀ ਨਿਕਾਲੀ ਹੋਈ AIE ਹੈਗੀ ਹੈ, ਇਹਦੀ ਵੈਲਿਊ ਇਹ ਹੈ। ਔਰ ਅਗੇਨ ਜਿਹੜਾ ਕਰੰਟ ਹੈ ਉਹ ਵੀ ਅਸੀਂ ਕਰੰਟ ਡਿਵੀਜ਼ਨ ਰੂਲ ਦੇ ਅਕੋਰਡਿੰਗ ਜਿਹੜਾ ਇਹਨੂੰ ਅਸੀਂ ਦੇਖ ਸਕਦੇ ਹਾਂ। ਇਹਦੇ ਥਰੂ RE ਦੇ ਥਰੂ ਜਿਹੜਾ ਵਾ ਉਹ ਸਾਡੇ ਕੋਲ ਹੋ ਗਿਆ RS/RIE + RS, ਜਿਵੇਂ ਅਸੀਂ ਉਹਦੇ ਲਈ ਕੀਤਾ ਹੈ ਉਸੇ ਤਰ੍ਹਾਂ ਹੀ ਅਸੀਂ ਇਹਦੇ ਲਈ ਕਰ ਰਹੇ ਹਾਂ। ਔਰ ਇੱਥੇ ਵੀ ਜਿਹੜਾ ਵਾ ਸਾਡੇ ਕੋਲ ਇਹ ਫੈਕਟਰ ਜਿਹੜਾ ਵਾ ਉਹ ਆ ਰਿਹਾ ਹੈ। ਤੋ ਅਗਰ ਇੱਥੇ ਸਾਡੇ ਕੋਲ RI ਦੀ ਵੈਲਿਊ 0 ਹੋ ਜਾਂਦੀ ਹੈ ਤਾਂ ਫਿਰ ਜਿਹੜਾ ਵਾ ਇਹ ਵਾਲਾ ਜਿਹੜਾ ਓਵਰਆਲ ਕਰੰਟ ਗੇਨ ਹੈ ਉਹ ਤੁਹਾਡੇ ਕਰੰਟ ਗੇਨ ਦੇ ਇਕੁਅਲ ਹੀ ਆਉਂਦਾ ਹੈ। ਤੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਪੈਰਾਮੀਟਰਸ ਨੇ ਇਹ ਅਸੀਂ H ਪੈਰਾਮੀਟਰਸ ਦੇ ਅਕੋਰਡਿੰਗ ਜਿਹੜਾ ਵਾ ਇਹਦਾ ਐਨਾਲਿਸਿਸ ਕੀਤਾ ਹੈ। ਔਰ ਇਹ ਜਿਹੜੇ ਨੇ ਇਹ ਇਹਨਾਂ ਦੇ ਐਕਸਪ੍ਰੈਸ਼ਨਸ ਨੇ। ਓਵਰਆਲ ਅਸੀਂ ਜਿਹੜੇ ਆ ਇੰਨੇ ਸਾਰੇ ਪੈਰਾਮੀਟਰਸ ਜਿਹੜੇ ਨੇ ਉਹ ਨਿਕਾਲੇ ਨੇ ਔਰ ਉਹਨਾਂ ਦੀ ਫਾਰਮ ਜਿਹੜੀ ਹੈ ਤੁਸੀਂ ਯਾਦ ਰੱਖਣੀ ਹੈ।